समय तुसीं सुन रहे हो रेडियो इंडिया KRPA 1110 AM दुनिया भर च साडे प्रोग्राम्स तुसीं सुन सकते हो radioindia.ca ते स्टूडियो दा नंबर है 6045929191 604 592 9191। डॉक्टर साहब हुण आपां गल करदे हैल्थ केयर बारे। यूनीवर्सल हैल्थ केयर खतरे विच आ, हुण ते मिनिस्टर ने भी कह दिता। फैडरल मिनिस्टर ने यह गल तां मन लई, पर उन्होंने ये नहीं गल की कि असीं इहदा बारे की करना है जी। ये तो पता लग गया लोकां नूं कि पैंडेमिक आ गया सी। पैंडेमिक दे विच उन्हां दे कोलों साह भी नहीं होया कुछ। पैंडेमिक दे दौरान शुरू दे विच बहुत गलतियां कीतियां, फिर उदों बाद दूसरे लोकां दीयां सर्जरीज कैंसल करनियां शुरू करतियां। जिहड़े लोकां नूं कोई कैंसर होई सी जां होर कुछ होया सी उन्हां दी इन्हां नूं कोई परवाह नहीं सी, सिर्फ ते सिर्फ कोविड वालियां नूं लैंदे सी। सिर्फ एक चीज़ ते फोकस कर लिया इन्हां ने और उहदे नाल भी पूरी तरह टैकल नहीं कर सके जी। तो किहो जिहा ये सिस्टम है, इहदे बारे लोकां दे मन दे विचों 75% लोकां ने कहा कैनेडा दे विच कि इहदे बारे सानूं सवाल दा जवाब दिओ कि किहो जिहा सिस्टम है साडे कोलों जिहड़ा पैंडेमिक नाल डील ही नहीं कर सकिया। ते पैंडेमिक दे दौरान ही लोकां ने रियलाइज कीता है, क्योंकि इस वेले लोकां नूं जाना पिया, बहुतियां जांदा कोई परिवार इदां दा नहीं सी जिन्हां नूं किसी ना किसी तरीके नाल डील ना करना पिया। हुण नॉर्मली की आ, जे बिल्कुल नॉर्मल हो जावे चीज़ तो साडा जिहड़ा अद्धा पैसा लगदा है हैल्थ केयर दा वो क्रॉनिक पेशेंट्स दे लगदा, जिहड़े मतलब हस्पतालां दे विच पए आ लंबे समय लई, जिन्हां दे कोल क्रॉनिक बीमारियां ने, उन्हां ते 50% साडा जिहड़ा खाना खर्चा हुंदा है। अंटेरियो दे विच हुणे एक स्टडी आई है, ਉਹਦਾ ਤੁਸੀਂ ਬਾਕੀ ਸੂਬਿਆਂ ਨਾਲ ਵੀ ਕਰ ਸਕਦੇ ਹੋ ਕੰਪੈਰੀਜ਼ਨ। 19-21 ਦਾ ਫਰਕ ਹੋਣਾ। ਉਹਨਾਂ ਨੇ ਕੀਤਾ 1990 ਤੋਂ ਲੈ ਕੇ ਹੁਣ ਤਾਈਂ ਕੰਪੈਰੀਜ਼ਨ ਕੀਤਾ, ਪਿਛਲੇ 3 ਦਹਾਕਿਆਂ ਦਾ ਤਕਰੀਬਨ। ਉਹ ਕਹਿੰਦੇ ਪਿਛਲੇ 3 ਦਹਾਕਿਆਂ ਦੇ ਵਿੱਚ ਪੈਸੇ ਸਾਡੇ ਜਿਹੜੇ ਅਸੀਂ ਲਾਉਨੇ ਆ ਹੈਲਥ ਕੇਅਰ ਤੇ ਉਹ ਵਧੇ ਆ, ਸੇਵਾਵਾਂ ਘਟ ਗਈਆਂ ਜਿਹੜੀਆਂ। ਹੁਣ ਕਿਉਂ ਵਧੇ ਆ? ਨਰਸਾਂ ਦੀ ਤਨਖਾਹ ਵੱਧ ਗਈ ਹੈ, ਡਾਕਟਰਾਂ ਦੀ ਤਨਖਾਹ ਵੱਧ ਗਈ ਹੈ, ਜਿਹੜੇ ਮੈਨੇਜਰ ਲਾਏ ਜਿਹੜੇ ਕੁਛ ਨਹੀਂ ਕਰਦੇ ਉੱਥੇ ਉਹਨਾਂ ਦੀ ਤਨਖਾਹ ਵੱਧ ਗਈ ਹੈ। ਯੂਨੀਅਨ ਦਾ ਫਾਇਦਾ ਹੋ ਰਿਹਾ ਆ NDP ਨੂੰ, ਕਿਉਂਕਿ ਉਹਨਾਂ ਨੇ ਪੈਸੇ ਦੇਣੇ ਇਹਨਾਂ ਨੂੰ, ਉਹਨਾਂ ਨੇ ਇਹਦਾ ਫੁੱਟ ਸੋਲਜਰ ਜਵਾਨਾ। ਜਦੋਂ ਕੋਈ ਵੀ ਯੂਨੀਅਨ ਦਾ ਬੰਦਾ, ਕੋਈ ਵੀ NDP ਦਾ ਬੰਦਾ ਖੜਾ ਹੁੰਦਾ ਹੈ, ਯੂਨੀਅਨ ਵਾਲੇ ਸਾਰੇ ਆਏ ਹੁੰਦੇ, ਇੱਕ ਤਾਂ ਪੈਸੇ ਲੈ ਕੇ ਆਏ ਹੁੰਦੇ, ਦੂਸਰਾ ਉਹ ਘਰ ਘਰ ਜਾਣ ਲਈ ਤਿਆਰ ਹੁੰਦੇ। BC ਲਿਬਰਲਸ ਲਈ ਕੌਣ ਆਉਣ ਵਾਲਾ ਹੈ? ਡਾਕਟਰਸ ਆਉਂਦੇ, ਉਹਨਾਂ ਡਾਕਟਰਸ ਚੈੱਕ ਲੈ ਕੇ ਦਿੰਦੇ ਆ, ਇਹ ਪੈਸੇ ਦਿੰਦੇ, ਵੱਡੇ ਵੱਡੇ ਮੈਨੇਜਰ ਪੈਸੇ ਦਿੰਦੇ ਆ, ਜਿਨ੍ਹਾਂ ਨੇ ਠੇਕਾ ਲਿਆ ਇਹਨਾਂ ਦੇ ਕੋਲੋਂ ਹਸਪਤਾਲਾਂ ਦੇ ਵਿੱਚ ਖਾਣੇ ਦਾ। ਉਹ ਖੁਸ਼ ਆ ਕਿ ਇਹਨਾਂ ਨੇ ਜਿਹੜਾ ਪਹਿਲਾਂ ਹੁੰਦਾ ਸੀ ਹਸਪਤਾਲ ਆਪ ਖਾਣਾ ਦਿੰਦੇ ਹੁੰਦੇ ਸੀ, ਹੁਣ ਉਹ ਠੇਕਾ ਕਰ ਦਿੱਤਾ। ਉਹ ਲੋਕ ਉੱਥੇ ਮਣਾ ਮੂੰਹ ਹੀ ਪੈਸਾ ਬਣਾਉਂਦੇ ਆ, ਉਹ ਬੰਦੇ ਪੈਸੇ ਦਿੰਦੇ ਇਹਨਾਂ ਨੂੰ। ਸੋ ਇਸ ਕਰਕੇ ਨਾ NDP ਦੇ ਨਾ BC ਲਿਬਰਲ ਦੇ ਹਿੱਤ ਵਿੱਚ ਆ ਕਿ ਇਹ ਕੁਛ ਕਰਨਗੇ। ਇਹ ਕੋਈ ਕਦੇ ਇਸ ਕਰਕੇ ਕਦੇ ਸਟੱਡੀ ਨਹੀਂ ਕਰਦੇ। ਆ ਜਿਹੜੀ ਇੰਟੀਰੀਓ ਦੀ ਸਟੱਡੀ ਆ ਨਾ, ਉਹ ਵੀ ਕਿਸੇ ਯੂਨੀਵਰਸਿਟੀ ਵਾਲਿਆਂ ਨੇ ਕਰਾਈ ਆ। ਉਹਨਾਂ ਨੇ, ਇਹਨਾਂ ਨੇ, ਗੌਰਮੈਂਟ ਨੇ ਨਹੀਂ ਕਿਹਾ ਵੀ ਅਸੀਂ ਦੇਖੀਏ ਵੀ ਸਾਡੇ 'ਚ ਕੀ ਗਲਤੀ ਹੋ ਗਈ ਹੈ। ਉਹਨਾਂ ਨੇ ਕਿਹਾ ਕਿ 1990 ਦੇ ਵਿੱਚ 8.4 8.5% GDP ਉੱਥੇ ਦੀ ਜਿਹੜੀ ਆ ਹੈਲਥ ਕੇਅਰ ਤੇ ਲੱਗਦੀ ਸੀ। ਉਸ ਵੇਲੇ 1000 ਬੰਦੇ ਦੇ ਮਗਰ 3.4 ਹਸਪਤਾਲ ਬੈੱਡ ਸੀ, ਕੋਈ 3.5 ਬਣ ਜਾਂਦੇ। ਹੁਣ 11.5 ਹੋ ਗਈ ਆ GDP, ਮਤਲਬ ਖਰਚਾ ਵੱਧ ਗਿਆ, 3% ਵੱਧ ਗਿਆ ਨਾ ਜੀ ਜੀ, ਕਿਆ 11.4% ਆ। ਤੇ ਜਿਹੜੀ 1000 ਬੰਦੇ ਮਗਰ ਬੈੱਡ ਜਿਹੜੇ ਆ 1.3 ਆ। ਹੁਣ 3 ਗੁਣਾ ਬੈੱਡ ਘਟ ਗਏ ਆ ਤੇ ਖਰਚਾ 3% ਵੱਧ ਗਿਆ ਹੈ ਜੀ। ਕੁਛ ਨਾ ਕੁਛ ਤਾਂ ਹੋਇਆ ਹੀ ਹੋਣਾ। ਹਾਂਜੀ। ਤਾਂ ਉਹਨੂੰ ਜੇ ਤੁਸੀਂ ਸਟੱਡੀ ਨਹੀਂ ਕਰਦੇ, ਉਹਨੂੰ ਤੁਸੀਂ ਜੇ ਰਿਵਿਊ ਨਹੀਂ ਕਰਦੇ, ਫੇਰ ਤਾਂ ਏਡਰੀਅਨ ਡੈਕਸ ਵਾਂਗੂ ਬਸ ਆਪਣੀ ਤਨਖਾਹ ਲੈ ਕੇ ਸੁੱਤੇ ਰਹਿੰਦੇ ਆ। ਜੇ ਤੁਸੀਂ ਮਿਨਿਸਟਰ ਬਣੇ ਆ, ਮੈਂ ਤੁਹਾਨੂੰ ਆਪਣੀ ਪਰਸਨਲ ਐਗਜ਼ਾਮਪਲ ਦੇ ਕੇ ਦੱਸਦਾ। ਦੁਨੀਆ ਭਰ ਦੇ ਵਿੱਚ, ਮਤਲਬ ਇੱਥੇ ਕੈਨੇਡਾ ਦੇ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ
ਜੇ ਤੁਸੀਂ ਐਮਰਜੈਂਸੀ ਜਾਂਦੇ ਆ, ਜੇ ਤੁਸੀਂ ਦੋ ਗੱਲਾਂ ਕਹਿ ਦਿਓ, ਜੇ ਇੱਕ ਤਾਂ ਹਾਰਟ ਅਟੈਕ ਹੋ ਰਿਹਾ, ਤੁਹਾਨੂੰ ਕਾਰਡੀਅਕ ਅਰੈਸਟ ਹੋ ਰਹੀ ਹੈ, ਤਾਂ ਦੂਸਰੀ ਹੁੰਦੀ ਆ ਜਿਹੜਾ ਸਟ੍ਰੋਕ ਹੋ ਰਿਹਾ। ਇਹਨਾਂ ਨੂੰ ਟਾਈਮਿੰਗ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੇ ਬਚਣਾ ਹੈ ਕਿਸੇ ਨੇ ਤਾਂ ਟਾਈਮਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ। ਤੁਸੀਂ ਐਮਰਜੈਂਸੀ ਜਾ ਕੇ ਸ਼ਬਦ ਕਹਿ ਦਿਓ, ਉਹ ਤੁਹਾਨੂੰ ਇੱਦਾਂ ਨਹੀਂ ਕਹਿੰਦੇ ਵੀ ਬੈਠ ਜਾ ਇੱਥੇ, ਉਹ ਸਿੱਧਾ ਹੀ ਉਹ ਕਹਿੰਦੇ ਕਿ ਸਿੱਧਾ ਹੀ ਅੰਦਰ ਚੱਲ ਜਾ। ਮੈਂ ਇੱਥੇ ਹਸਪਤਾਲ ਗਿਆ ਤਾਂ ਮੈਨੂੰ ਨਰਸਾਂ ਕਹਿ ਰਹੀਆਂ ਕਿ ਸਾਰੀ ਉਹਨਾਂ ਨੇ ਪੇਪਰ ਵਰਕ ਕੀਤਾ, ਹੱਸਦੀਆਂ 4-5 ਬੈਠੀਆਂ, ਕੁਛ ਨਹੀਂ ਸੀ ਕਰ ਰਹੀਆਂ। ਉਹਨਾਂ ਨੇ 4-5 ਨੇ ਜਿੰਨਾ ਚਿਰ ਉਹ ਪੇਪਰ ਵਰਕ ਖਤਮ ਨਹੀਂ ਕੀਤਾ, ਮੈਂ ਉਹਨਾਂ ਨੂੰ ਦੱਸ ਰਿਹਾ ਕਿ ਮੈਨੂੰ ਸਟ੍ਰੋਕ ਹੋ ਰਿਹਾ ਹੈ ਇਸ ਵੇਲੇ, ਔਰ ਮੇਰੇ ਤੋਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਸਟ੍ਰੋਕ ਵਾਲੇ ਬੰਦੇ ਦੇ ਮੂੰਹ ਦਾ ਤੇ ਇਫੈਕਟ ਪੈਂਦਾ ਹੈ, ਹਾਂਜੀ, ਬੋਲਣ ਤੇ ਇਫੈਕਟ ਪੈਂਦਾ ਹੈ। ਫਿਰ ਉਸ ਤੋਂ ਬਾਅਦ ਕੋਵਿਡ ਟੈਸਟ ਚੱਲਦਾ ਸੀ ਤੇ ਮੈਨੂੰ ਉਹ ਕੋਵਿਡ ਵਾਲੇ ਸਵਾਲ ਪੁੱਛਣ ਲੱਗ ਪਏ। ਮੈਂ ਇੱਥੇ ਦੇ ਮਿਨਿਸਟਰ ਨੂੰ ਚਿੱਠੀ ਲਿਖੀ, ਉਦੋਂ ਬਾਅਦ ਜਦੋਂ ਮੈਂ ਲਿਖਣ ਜੋਗਾ ਹੋਇਆ ਤੇ ਈਮੇਲ ਭੇਜੀ, ਉਹਨ ਤਾਂ ਸਿੱਧਾ ਹੀ ਹੱਥ ਚੱਕ ਦਿੱਤੇ ਜਿਹੜੇ ਮਿਨਿਸਟਰ ਨੇ ਕਰਨੇ ਹੁੰਦੇ। ਤੇ ਇਹ ਜਿਹੜੀ ਕੰਪਲੇਂਟ ਆ ਉਹ ਸ਼ੁਰੂ ਹੋਣੀ ਆ ਫਰੇਜ਼ਰ ਹੈਲਥ ਅਥਾਰਟੀ ਤੋਂ। ਫਰੇਜ਼ਰ ਹੈਲਥ ਅਥਾਰਟੀ ਵਾਲਿਆਂ ਦੇ ਇੱਕ ਲਾਅ ਬਣਿਆ ਹੈ ਕੈਨੇਡਾ ਦੇ ਵਿੱਚ, ਮਤਲਬ BC ਦੇ ਵਿੱਚ, ਤੁਸੀਂ ਜੇ ਕੰਪਲੇਂਟ ਕਰਦੇ ਆ ਤਾਂ ਉਹਨਾਂ ਨੂੰ 28 ਦਿਨਾਂ ਦੇ ਬਾਅਦ ਦੱਸਣਾ ਪੈਂਦਾ ਹੈ ਕਿ ਉਹ ਕੰਪਲੇਂਟ ਕਿੱਥੇ ਗਈ ਹੈ। ਇੰਨਾ ਹੀ ਆ ਲਾਅ। ਇਹ ਨਹੀਂ ਦੱਸਣਾ ਕਿ ਉਹ ਕੰਪਲੇਂਟ ਦੇ ਤੁਸੀਂ ਇਨਵੈਸਟੀਗੇਟ ਕੀਤਾ ਜਾਂ ਨਹੀਂ ਕੀਤਾ। ਹੁਣ 28 ਪਿਛਲੇ ਅਗਲੇ ਮਹੀਨੇ ਮੈਨੂੰ ਇਸ ਮਹੀਨੇ ਐਕਚੁਅਲੀ ਗਿਆ 12 ਮਹੀਨੇ ਹੋ ਗਏ ਉਹ ਕੰਪਲੇਂਟ ਕੀਤੀ ਨੂੰ। ਹਰੇਕ 28 ਦਿਨ ਬਾਅਦ ਮੈਨੂੰ ਇੱਕ ਈਮੇਲ ਆਉਂਦੀ ਆ ਫਰੇਜ਼ਰ ਹੈਲਥ ਅਥਾਰਟੀ ਵੱਲੋਂ ਕਿ ਡਾਕਟਰ ਪੁਰੇਵਾਲ ਅਸੀਂ ਸੌਰੀ ਸਾਡੇ ਸਟਾਫ ਦੀ ਘਾਟ ਹੈ, ਅਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕੇ ਤੇ ਪਰ ਤੁਹਾਡੀ ਕੰਪਲੇਂਟ ਸਾਡੇ ਕੋਲ ਹੈ। ਉਹਦਾ ਵਰਡ ਵੀ ਕੋਈ ਨਹੀਂ ਚੇਂਜ ਕਰਦੇ ਕਿਉਂਕਿ ਇੱਕੋ ਹੀ ਉਹਨਾਂ ਨੇ ਈਮੇਲ ਲਿਖੀ ਹੋਈ ਆ, ਉਹ ਮੈਨੂੰ ਹਰੇਕ 28 ਦਿਨਾਂ ਵੱਲ ਭੇਜ ਦਿੰਦੇ ਆ। ਉਹੀ ਕਾਪੀ ਪੇਸਟ ਹੋ ਜਾਂਦੀ ਹੈ। ਤੇ ਹੁਣ ਮੈਂ ਉਹ ਆਸ ਹੀ ਛੱਡ ਦਿੱਤੀ। ਜਿਹੜੇ ਸਰਕਾਰ ਦੇ ਵਿੱਚ ਜੇ ਤੁਸੀਂ ਇੱਥੇ MLA ਨਾਲ ਵੀ ਗੱਲ ਕਰ ਲੈਣ ਨਾ, ਉਹ ਕਹਿੰਦੇ ਕਿ ਇਹ ਗਲਤ ਹਸਪਤਾਲ ਆ, ਵੀ ਹਸਪਤਾਲ ਜਾਣਾ ਚਾਹੀਦਾ ਸੀ ਰਾਇਲ ਕੋਲੰਬੀਅਨ। ਹੁਣ ਤਾਂ ਮੈਨੂੰ ਵੀ ਪਤਾ ਹੈ, ਸਟ੍ਰੋਕ ਹੋਇਆ ਹੋਵੇ ਜਾਂ ਤੁਹਾਨੂੰ ਕਾਰਡੀਅਕ ਅਰੈਸਟ ਹੋਈ ਹੋਵੇ, ਤੁਸੀਂ ਇੱਥੇ ਜੇ ਜਾਣਾ, ਜੇ ਬਚਣਾ ਆ ਨਾ, ਨਿਊ ਵੈਸਟ ਜਾਓ, ਆਪਣੀ ਕਾਰ ਲੈ ਕੇ ਜਾਓ। ਤੁਸੀਂ ਐਂਬੂਲੈਂਸ ਨਾ ਉਡੀਕਿਓ। ਐਂਬੂਲੈਂਸ ਜੇ ਆ ਵੀ ਗਈ ਤਾਂ ਉਹਨੇ ਸਰੀ ਲੈ ਜਾਣਾ, ਜਾਂ ਜੇ ਸਾਊਥ ਦੇ ਵਿੱਚ ਹੋਏ ਤਾਂ ਉਹਨਾਂ ਨੇ PSR 'ਚ ਲੈ ਜਾਣਾ। ਜਿੱਥੇ ਇਹ ਪ੍ਰੋਟੋਕਾਲ ਵੀ ਜਿਹੜਾ ਦੁਨੀਆ ਭਰ ਦੇ ਵਿੱਚ ਮੈਨੂੰ ਕੁਝ ਨਿਊਰੋ ਸਾਇੰਟਿਸਟ ਜਾਣਦੇ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਜੇ ਕੋਈ ਸਟ੍ਰੋਕ ਹੋਇਆ ਹੋਵੇ ਤੁਹਾਨੂੰ ਇੱਥੇ ਪ੍ਰੋਟੋਕਾਲ ਕੀ ਹੈ? ਉਹ ਕਹਿੰਦੇ ਇੱਥੇ ਪ੍ਰੋਟੋਕਾਲ ਇਹੀ ਆ ਵੀ ਜੇ ਕੋਈ ਐਮਰਜੈਂਸੀ ਆ ਕੇ ਕਹਿੰਦਾ ਸਟ੍ਰੋਕ ਹੋਇਆ, ਉਹਨੂੰ ਅਸੀਂ ਕਹਿੰਦੇ ਅੰਦਰ ਭੇਜੋ ਇਹਨੂੰ ਫਟਾਫਟ ਉੱਤੇ, ਕਿਉਂਕਿ ਟਾਈਮਿੰਗ ਇਜ਼ ਵੈਰੀ ਇੰਪੋਰਟੈਂਟ। ਯੈਸ, ਐਬਸੋਲੂਟਲੀ। ਉਹਨੂੰ ਫਟਾਫਟ ਉਹਦਾ ਜਿਹੜਾ ਇਲਾਜ ਕਰਨ ਦੀ ਜ਼ਰੂਰਤ ਆ। ਜੇ ਉਹ ਇਲਾਜ ਨਹੀਂ ਹੁੰਦਾ ਉਸ ਵੇਲੇ ਤਾਂ ਉਹ ਬੰਦਾ ਮਰ ਵੀ ਸਕਦਾ। ਹਾਂਜੀ। ਤੇ ਇਹ ਮਤਲਬ ਮੈਂ ਕੈਨੇਡਾ ਦੀ ਨਹੀਂ, ਮੈਂ ਇੰਡੀਆ ਦੀ ਗੱਲ ਕਰਦਾ। ਇੰਡੀਆ ਦੇ ਵਿੱਚ ਨਿਊਰੋ ਸਾਇੰਟਿਸਟ ਦੀ ਇਹ ਵਿਊ ਸੀ। ਉਹ ਕਹਿੰਦੇ ਕਿ ਨਹੀਂ, ਅਸੀਂ ਕੋਈ ਵੀ ਐਮਰਜੈਂਸੀ ਦੇ ਵਿੱਚ ਜਾ ਕੇ ਕਹਿ ਦਿਓ। ਔਰ ਵਾਕਿਆ ਹੀ ਮੈਂ ਇੱਕ ਦਿਨ ਇੱਕ ਬੰਦੇ ਨੂੰ ਪੁੱਛਿਆ, ਉਹਨੂੰ ਸਟ੍ਰੋਕ ਹੋਇਆ ਸੀ, ਮੈਂ ਉਹਨੂੰ ਜਾਣਦਾ ਸੀ ਤੇ ਉਹ ਪ੍ਰਾਈਵੇਟ ਹਸਪਤਾਲ ਵੈਸੇ ਗਿਆ ਸੀ। ਕਹਿੰਦਾ ਮੈਂ ਜਾ ਕੇ ਬਸ ਇਹੀ ਕਿਹਾ ਸਟ੍ਰੋਕ ਹੋਇਆ। ਉਹ ਕਹਿੰਦਾ ਮੈਨੂੰ ਸਿੱਧਾ ਹੀ ਅੰਦਰ ਲੈ ਗਿਆ, MRI ਕਰਾਈ, MRI ਤੋਂ ਬਾਅਦ ਪਤਾ ਲੱਗ ਗਿਆ ਵੀ ਕੀ ਹੋ ਰਿਹਾ। ਤੇ ਜੇ ਤੁਸੀਂ ਰਿਵਿਊ ਹੀ ਨਹੀਂ ਕਰਦੇ, ਹੁਣ ਤਾਂ ਇਹ ਜੈਦ ਆ ਕਿ ਅਸੀਂ NDP ਦੀ ਜੈਦ ਆ ਕਿ ਯੂਨੀਅਨ ਦਾ ਪੰਗਾ ਪੈ ਜਾਣਾ, ਕਿ ਨਰਸਾਂ ਨੇ ਪੰਗਾ ਪਾ ਦੇਣਾ, ਜਿਹੜੀਆਂ ਯੂਨੀਅਨ ਵਰਕਰਸ ਦੀਆਂ ਉਹਨਾਂ ਨੇ ਪੰਗਾ ਪਾ ਦੇਣਾ। ਉਹਨਾਂ ਦੇ ਤਾਂ ਪੈਸੇ ਵੱਧ ਰਹੇ, ਉਹ ਤਾਂ ਨਹੀਂ ਬੋਲਣਗੇ। ਜੇ ਪੈਸੇ ਵੱਧ ਰਹੇ ਆ, ਜੇ ਇਹਨਾਂ ਤੋਂ MRI ਤਾਂ ਹੈ ਨਹੀਂ BC ਦੇ ਵਿੱਚ, ਇੱਥੇ ਆ ਹਸਪਤਾਲ ਹੈ ਲੈਡਨਰ ਦੇ ਵਿੱਚ, ਉਹਨਾਂ ਤੋਂ MRI ਹੈ ਨਹੀਂ। ਕੈਨ ਯੂ ਇਮੇਜਿਨ? ਇੱਕ ਫਰਸਟ ਵਰਲਡ ਕੰਟਰੀ ਜਿਹੜੀ ਕਹਿੰਦੀ ਹੋਵੇ ਤਾਂ ਉਹਨਾਂ ਦੇ ਹਸਪਤਾਲ ਦੇ ਵਿੱਚ MRI ਹੈ ਨਹੀਂ। ਉਹ MRI ਕਰਾਉਣ ਲਈ ਇੱਥੇ ਲੈ ਕੇ ਆਉਂਦੇ ਸਰੀ ਦੇ ਵਿੱਚ ਪੇਸ਼ੈਂਟ ਨੂੰ ਚੱਕ ਕੇ। ਤੇ ਜੇ ਵਧਿਆ ਆ ਤਾਂ ਤਨਖਾਹਾਂ ਜ਼ਰੂਰ ਵਧੀਆਂ ਇਹਨਾਂ ਦੀਆਂ। BC ਲਿਬਰਲਸ ਨੇ ਡਾਕਟਰਾਂ ਨੂੰ ਗੱਫੇ ਦਿੱਤੇ
ਕਿਉਂਕਿ ਉਹ ਡਾਕਟਰ ਜਿਹੜੇ ਆ ਉਹਨਾਂ ਦੀ ਤਨਖਾਹ ਜ਼ਿਆਦਾ ਹੁੰਦੀ, ਉਹ ਫਿਰ BC ਲਿਬਰਲਸ ਨੂੰ ਕੰਟਰੀਬਿਊਸ਼ਨ ਕਰਦੇ ਆ, ਆਪਣੇ ਪੇਸ਼ੈਂਟਸ ਨੂੰ ਵੀ ਕਹਿੰਦੇ ਆ ਕਿ ਜਾ ਕੇ ਤੂੰ ਵੋਟ ਪਾਈ ਤਾਂ BC ਲਿਬਰਲ ਨੂੰ ਵੋਟ ਪਾਈ। ਉਹ ਆਪਣੀ ਵੋਟ ਪੋਲਿਟਿਕਸ ਦਾ ਕਰਕੇ ਨਾ NDP ਤੇ ਨਾ ਹੀ BC ਲਿਬਰਲ ਇਹ ਕਦੇ ਰਿਵਿਊ ਨਹੀਂ ਕਰਾਉਣਗੇ ਸਰਕਾਰ ਦੇ ਤੌਰ ਤੇ ਆਪਣੇ ਆਪ। ਹੁਣ ਜਿਹੜੀਆਂ ਐਕੈਡੈਮਿਕ ਸਟੱਡੀਜ਼ ਹੁੰਦੀਆਂ ਆ, ਇਹ ਬਾਹਰੋਂ ਜਦੋਂ ਕਰਦੇ ਆ, ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਕਿਸੇ ਨੂੰ ਕੋਈ ਸਵਾਲ ਪੁੱਛਿਆ ਜਾਵੇ। ਬੜੀ ਵਲੰਟੀਅਰ ਗੱਲ ਹੁੰਦੀ ਇਹ। ਤਾਂ ਬਹੁਤੇ ਮੈਨੇਜਰ ਜਿਹੜੇ ਆ ਹੈਲਥ ਅਥਾਰਟੀ ਦੇ ਵਿੱਚ ਉਹ ਆਨਸਰ ਹੀ ਨਹੀਂ ਕਰਦੇ, ਚੁੱਪ ਕਰਕੇ ਬਹਿ ਜਾਂਦੇ। ਉਹ ਸਟੱਡੀ ਫਿਰ ਤੁਸੀਂ ਕੀ ਕਰ ਸਕਦੇ ਆ? ਤਾਂ ਹੀ ਕਰ ਸਕਦੇ ਜੇ ਕੋਈ ਜਵਾਬ ਦੇਊਗਾ ਜੀ। ਸੋ ਇਸ ਕਰਕੇ ਇਹਨਾਂ ਦੇ ਸਾਡੇ ਜਿਹੜਾ ਹੈਲਥ ਕੇਅਰ ਸਿਸਟਮ ਹੈ ਉਹ ਵੱਡੇ ਕ੍ਰਾਈਸਿਸ ਦੇ ਵਿੱਚ ਆ, ਔਰ ਲੋਕੀ ਵੀ ਇਹਦੇ ਵਿੱਚ ਭਾਈਵਾਲ ਆ, ਕਿਉਂਕਿ ਉਹਨਾਂ ਨੇ ਇਹਨਾਂ ਹੀ ਬੰਦਿਆਂ ਨੂੰ ਚੁਣਨਾ ਮੁੜ ਕੇ ਜਿਨ੍ਹਾਂ ਨੇ ਕੰਮ ਖਰਾਬ ਕੀਤਾ ਆ। ਤੁਸੀਂ 1965 ਦੇ ਤੋਂ ਲੈ ਕੇ ਅੱਜ ਤਾਈਂ ਲਗਾਤਾਰ ਟੈਕਸਸ ਦੇ ਰਹੇ ਆ, ਕਦੇ ਵੀ ਕਿਸੇ ਨੇ ਸਵਾਲ ਕੀਤਾ? 75% ਬੰਦੇ ਹੁਣ ਇਹ ਤਾਂ ਕਹਿੰਦੇ ਕਿ ਸਾਡਾ ਹੈਲਥ ਕੇਅਰ ਸਿਸਟਮ ਖਰਾਬ ਹੋ ਚੁੱਕਾ ਹੈ, ਪਰ ਕਦੇ ਉਹਨਾਂ ਨੇ 75% ਨੂੰ ਪੁੱਛਿਓ ਵੀ ਤੁਸੀਂ ਅਗਲੀ ਵਾਰ ਨੂੰ ਵੋਟ ਪਾਉਣ ਲੱਗਿਆਂ ਨੇ ਸੋਚਣਾ? ਕਦੇ ਕੋਈ ਗੱਲ ਨਹੀਂ ਕਰਨੀ। ਵੋਟ ਪਾਉਣ ਲੱਗੇ ਇਹੀ ਕਹਿਣਗੇ ਬਠਿੰਡੇ ਮੇਰੀ ਮਾਸੀ ਰਹਿੰਦੀ ਆ, ਉਹਨੇ ਮੈਨੂੰ ਕਿਹਾ ਸੀ ਏਦਾਂ। ਪੂਰਾ ਟਾਈਮ ਤਾਂ ਉਹ ਡਿਸਕਸ ਕਰਦੇ ਰਹਿੰਦੇ ਆ, ਪ੍ਰੋਬਲਮਸ ਦੇ ਲਈ ਵੀ ਕੁਝ ਨਹੀਂ ਕੀਤਾ ਇਸ ਬੰਦੇ ਨੇ, ਪਰ ਜਦੋਂ ਫਿਰ ਵੋਟਾਂ ਦਾ ਸਮਾਂ ਆਉਂਦਾ ਫਿਰ ਉਹ ਉਸੇ ਬੰਦੇ ਦੀ ਫੇਵਰ ਦੇ ਵਿੱਚ ਉਤਰ ਜਾਂਦੇ, ਉਸੇ ਬੰਦੇ ਨੂੰ ਉਦੋਂ ਵੋਟ ਪਾਉਂਦੇ ਆ। ਇਸ਼ੂਜ਼ ਬਾਰੇ ਨਾ ਬਹੁਤ ਘੱਟ ਬੰਦੇ ਆ ਜਿਹੜੇ ਇਸ਼ੂਜ਼ ਨੂੰ ਲੈ ਕੇ ਵੋਟ ਪਾਉਣਗੇ। ਵੋਟਾਂ ਇਸ ਕਰਕੇ ਪੈਂਦੀਆਂ ਉਹ ਬੰਦਾ ਜ਼ਿਆਦਾ ਮਾੜਾ ਆ, ਇਹ ਘੱਟ ਮਾੜਾ ਆ, ਇਹ ਨਾਲੇ ਮੈਨੂੰ ਜਾਣਦਾ ਆ, ਮੇਰੇ ਭੋਗ ਤੇ ਵੀ ਆਇਆ ਸੀ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਜਿਹੜਾ ਹੁਣ ਫੈਡਰਲ ਸਰਕਾਰ ਨੇ $2 ਬਿਲੀਅਨ ਦੇਣ ਦਾ ਵਾਅਦਾ ਕੀਤਾ, ਜਿਹੜਾ ਸਰਜਰੀਜ਼ ਦਾ ਬੈਕਲੌਗ ਹੋਇਆ, ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਿਛਲੇ ਸਾਲ ਪ੍ਰੀਮੀਅਰਸ ਨੇ 10 ਨੇ ਮੀਟਿੰਗ ਕੀਤੀ ਸੀ, ਔਰ ਉਸ ਮੀਟਿੰਗ ਦੇ ਵਿੱਚ $28 ਬਿਲੀਅਨ ਇਹਨਾਂ ਨੇ ਮੰਗਿਆ। ਵੈਸੇ ਜ਼ਿੰਮੇਵਾਰੀ ਸੂਬਿਆਂ ਦੀ ਆ, ਹਾਂਜੀ, ਅਧਿਕਾਰ ਖੇਤਰ ਇਹਨਾਂ ਦਾ ਆ। ਅਧਿਕਾਰ ਖੇਤਰ ਬਾਰੇ ਰੌਲਾ ਪਾਉਂਦੇ ਆ ਜਦੋਂ ਕਦੇ ਫੈਡਰਲ ਗਵਰਨਮੈਂਟ ਲਾਅ ਬਣਾ ਦੇਵੇ, ਪਰ ਹੁਣ ਫੈਡਰਲ ਗਵਰਨਮੈਂਟ ਨੇ ਉਹਨਾਂ ਨੇ ਸੋਚਿਆ ਕਿ 354 ਬਿਲੀਅਨ ਆਇਆ, ਸਾਡੇ ਚਲੋ 2 ਬਿਲੀਅਨ ਹੋਰ ਹੋਵੇ, ਕੋਈ ਗੱਲ। ਉਹਨਾਂ ਨੇ ਆਪਣੇ ਵੋਟ ਉਹਨਾਂ ਦਾ, ਕਿਉਂਕਿ ਉਹ ਮਿਨੋਰਟੀ ਸਰਕਾਰ ਹੈ, ਪਤਾ ਨਹੀਂ ਕਿਹੜੇ ਵੇਲੇ ਗਿਰ ਜਵੇ, ਸੋ ਉਹਨਾਂ ਨੇ $2 ਬਿਲੀਅਨ ਹੋਰ ਦਿੱਤਾ। $2 ਬਿਲੀਅਨ 10 ਪ੍ਰੋਵਿੰਸਸ ਨੂੰ, ਉਹਦੇ ਵਿੱਚੋਂ ਸਾਨੂੰ 13% ਮਿਲਣਾ। ਹਾਂਜੀ, ਉਹਦੇ ਨਾਲ ਕੀ ਉਹ ਸਰਜਰੀਜ਼ ਦੀ ਬੈਕਲੌਗ ਆ ਖਤਮ ਹੋ ਜਾਣੀ। ਜੇ ਇਸੇ ਤਰ੍ਹਾਂ ਦਾ ਸਿਸਟਮ ਆ, ਜੇ ਸਿਸਟਮ ਨੇ ਸਾਨੂੰ ਸੰਕਟ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ, ਉਹਦੇ ਤੇ ਪੈਸੇ ਹੋਰ ਦੇਣ ਦਾ ਮਤਲਬ ਕੀ ਆ? ਪੈਸੇ ਤਾਂ ਤੁਸੀਂ ਉਸ ਚੀਜ਼ ਤੇ ਲਾਓ ਜਿਹਦਾ ਰਿਵਿਊ ਕੀਤਾ ਹੋਵੇ, ਜਿਹਦੀ ਸਟੱਡੀ ਕੀਤੀ ਹੋਵੇ, ਔਰ ਪ੍ਰੋਪਰਲੀ ਤੁਸੀਂ ਫਿਰ ਬਾਅਦ ਦੇ ਵਿੱਚ ਦੇਖੇ ਕਿ ਇੱਥੋਂ ਪੈਸੇ ਬਚਾਉਣੇ ਆ ਤੇ ਇੱਥੇ ਅਸੀਂ ਖਰਚਣੇ ਆ। ਪੈਸੇ ਤਾਂ ਲਾਉਣ ਦਾ ਤਾਂ ਹੀ ਫਾਇਦਾ ਹੁੰਦਾ। ਹਾਂਜੀ, ਸਾਨੂੰ ਘਰਾਂ ਤੁਸੀਂ ਘਰਾਂ 'ਚ ਰਹਿੰਦੇ ਆ, ਤੁਹਾਨੂੰ ਪਤਾ ਹੁੰਦਾ ਵੀ ਇੰਪੋਰਟੈਂਟ ਗੱਲ ਇਹ ਹੁੰਦੀ ਆ ਵੀ ਚਲੋ ਆ ਸਾਡੀ ਪ੍ਰਾਇਓਰਟੀ ਹੈ, ਇਹ ਤੇ ਪੈਸੇ ਲਾਉਣੇ ਚਾਹੀਦੇ ਆ, ਆਹ ਸਾਡੀ ਪ੍ਰਾਇਓਰਟੀ ਨਹੀਂ ਆ, ਇਹ ਤੇ ਲਾਉਣੇ ਨਹੀਂ ਚਾਹੀਦੇ, ਔਰ ਇੱਥੋਂ ਅਸੀਂ ਬਚਾ ਸਕਦੇ ਹਾਂ। ਰਾਈਟ ਜੀ। ਜੇ ਇਹ ਗੱਲਾਂ ਤਾਂ ਹੀ ਪਤਾ ਹੋਣਗੀਆਂ ਜੇ ਤੁਹਾਨੂੰ ਉਸ ਹੈਲਥ ਕੇਅਰ ਦਾ ਰਿਵਿਊ ਕੀਤਾ ਹੋਵੇ। ਜੀ ਬਿਲਕੁਲ। ਰਿਵਿਊ ਕੀਤੇ ਤੋਂ ਬਿਨਾਂ ਤਾਂ ਸਾਨੂੰ ਪਤਾ ਹੀ ਨਹੀਂ ਹੋਣਾ ਨਾ, ਕਿਉਂਕਿ ਜਿਹੜੇ ਸਿਸਟਮ ਦੇ ਵਿੱਚ ਕਮੀਆਂ ਹੈਗੀਆਂ ਨੇ, ਜੇ ਕੋਈ ਸਟੱਡੀ ਹੋਊਗੀ, ਰਿਵਿਊ ਹੋਊਗੀ, ਉਹ ਤੋਂ ਬਾਅਦ ਹੀ ਉਹ ਸਾਹਮਣੇ ਆਊਗੀ। ਜਦੋਂ ਤੱਕ ਪ੍ਰੋਬਲਮ ਨੂੰ ਆਪਾਂ ਕਹਿੰਦੇ ਆ ਨਾ, ਜਿੱਦਾਂ ਕਹਿੰਦੇ ਕਿ ਜਦੋਂ ਤੱਕ ਡਾਇਗਨੋਸ ਨਾ ਹੋਵੇ ਕੋਈ ਡਿਜ਼ੀਜ਼, ਫਿਰ ਉਹਦਾ ਟ੍ਰੀਟਮੈਂਟ ਨਹੀਂ ਹੁੰਦਾ। ਤੁਸੀਂ ਕੋਈ ਮਰੀਜ਼ ਆਇਆ ਹੋਵੇ ਤਾਂ ਤੁਸੀਂ ਕਹੋ ਚੱਲ ਤੂੰ ਘਰ ਨੂੰ ਜਾ, $800 ਲੈ ਲਾ ਮੇਰੇ ਤੋਂ, ਉਹਨੂੰ ਤਾਂ ਕੋਈ ਦਵਾਈ ਦੀ ਲੋੜ ਹੈ। ਹਾਂਜੀ, ਉਹ ਤੇ ਪੈਸੇ ਲਾਏ ਤੇ ਤਾਂ ਉਹ ਠੀਕ ਨਹੀਂ ਹੋ ਜਾਣਾ। ਜੀ ਬਿਲਕੁਲ। ਹੋ ਸਕਦਾ ਉਹਨੂੰ ਪੈਸੇ ਦੀ ਲੋੜ ਹੀ ਨਾ ਹੋਵੇ। ਜੀ, ਉਹਨੇ ਉਦਾਂ ਹੀ ਠੀਕ ਹੋ ਜਾਣਾ। ਉਹਨੂੰ ਕਹਿਣਾ ਵੀ ਤੂੰ ਫਲਾਨੀ ਚੀਜ਼ ਖਾਣਾ, ਨਾ ਖਾਇਆ ਕਰ। ਜੀ, ਜੇ ਡਾਇਗਨੋਸਿਸ ਨਹੀਂ ਕਰੋਗੇ ਤਾਂ ਫੇਰ ਨਹੀਂ ਪਤਾ ਲੱਗਣਾ। ਜੀ ਬਿਲਕੁਲ। ਤੇ ਇੱਥੇ ਹੀ ਸਾਡਾ ਹੈਲਥ ਕੇਅਰ ਸਿਸਟਮ ਹੈ। ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ। ਮੇਰਾ ਇੱਕ ਸਟੂਡੈਂਟ ਹੈ, ਵੈਸੇ ਤਾਂ ਉਹ ਮੈਨੇਜਮੈਂਟ ਦੇ ਵਿੱਚ ਹੁਣ ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ। ਉਹਦੀ ਮਾਤਾ ਜੀ ਨੂੰ
ਸਟ੍ਰੋਕ ਹੋ ਗਿਆ, ਹੁਣ ਜਾਏ ਹੋਇਆ, ਉਹਨੂੰ ਪਤਾ ਲੱਗਾ ਸੀ ਵੀ ਮੈਨੂੰ ਵੀ ਸਟ੍ਰੋਕ ਹੋਇਆ ਹੈ। ਇਸ ਕਰਕੇ ਉਹਨੇ ਪਤਾ ਕੀਤਾ ਕਿ ਆਪਾਂ ਗੱਲਬਾਤ ਕਰਨੀ ਹੈ। ਮੈਂ ਸਾਡੀ ਮਾਤਾ ਜੀ ਥੋੜੇ ਜਿਹੇ ਉਹਨਾਂ ਦੀ ਖੱਬੀ ਸਾਈਡ ਜਿਹੜੀ ਜ਼ਿਆਦਾ ਖਰਾਬ ਹੋ ਗਈ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਤੈਨੂੰ ਦੱਸ ਦੂੰਗਾ ਵੀ ਮੈਂ ਕੀ ਕੀਤਾ ਹੈ ਜਿਹੜਾ ਮੇਰੇ ਲਈ ਕੰਮ ਕੀਤਾ। ਉਹ ਕਹਿੰਦਾ ਆਪਾਂ ਲੰਚ ਜ਼ਰੂਰ ਕਰਾਂਗੇ, ਫਿਰ ਲੰਚ ਕਰਦੇ ਹਾਂ ਤਾਂ ਗੱਲਬਾਤ ਕਰਾਂਗੇ। ਲੰਚ ਤੇ ਚਲ ਗਏ ਅਸੀਂ, ਕੋਈ 12:15 ਮਿਲੇ ਹੋਣੇ ਆ, ਤੇ ਸਾਡਾ ਦੋਹਾਂ ਦਾ ਮੇਰਾ ਖਿਆਲ ਫੂਡ ਆਇਆ ਹੋਣਾ 12:45 ਵਜੇ। ਤਾਂ ਫਿਰ ਮੇਰੇ ਮਨ ਦੇ ਵਿੱਚ ਆਇਆ, ਮੈਂ ਕਿਹਾ ਆਪਣੇ ਤੋਂ 15 ਮਿੰਟ ਆ ਤੂੰ ਮੁੜ ਕੇ ਵੀ ਜਾਣਾ, ਮੈਂ ਤਾਂ ਵਿਹਲਾ ਹੀ ਹਾਂ, ਮੇਰਾ ਟਾਈਮਿੰਗ ਨਹੀਂ ਹੁੰਦੀ ਇੱਦਾਂ ਦੀ, ਤੇਰੀ ਟਾਈਮਿੰਗ ਹੈ। ਉਹ ਕਹਿੰਦਾ ਫਰੇਜ਼ਰ ਹੈਲਥ ਅਥਾਰਟੀ ਵਾਲਿਆਂ ਨੂੰ ਕੋਈ ਨਹੀਂ ਪਤਾ ਮੈਂ ਕੀ ਕਰਦਾ, ਕਿੱਥੇ ਬੈਠਾ, ਕੀ ਕਰਨਾ, ਕਿੱਥੇ ਜਾਣਾ ਹੈ। ਕਹਿੰਦਾ ਤੂੰ ਭਾਵੇਂ ਮੈਨੂੰ 2 ਘੰਟੇ ਹੋਰ ਲਾ ਲਾ, ਮੈਂ ਸਿੱਧਾ ਵੀ ਇੱਥੋਂ ਉੱਠ ਕੇ ਘਰ ਨੂੰ ਚਲ ਜਾਵਾਂ, ਕਿਸੇ ਨੇ ਨਹੀਂ ਮੈਨੂੰ ਪੁੱਛਣਾ। ਅੰਨੀ ਪੀਹੇ ਕੁੱਤੀ ਚੱਟੇ, ਇਹ ਹਾਲਾਤ ਹੈ ਸਾਡੇ ਹੈਲਥ ਕੇਅਰ ਸਿਸਟਮ ਦੀ। ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਆ। ਵੈਸੇ ਡਾਕਟਰ ਸਾਹਿਬ ਜਿਹੜੀ ਤੁਸੀਂ ਆਹ ਹੁਣ ਗੱਲ ਦੱਸੀ ਹੈਗੀ ਆ, ਇਹਦੇ ਹਿਸਾਬ ਦੇ ਨਾਲ ਤਾਂ